हेलो फ्रेंड्स, मेरे यूट्यूब चैनल लेट्स डू इट ते एक बार फिर तो ਤੁਹਾਡਾ बहुत बहुत स्वागत है जी। ਆਪਣੇ ਚੈਨਲ ਦੇ ਉੱਤੇ ਲਾਸਟ 2 ਡੇਜ਼ ਤੋਂ ਈਟੀਟੀ ਸੈਕੰਡ ਈਅਰ ਦੀਆਂ ਕਲਾਸਾਂ ਚੱਲ ਰਹੀਆਂ ਹਨ। ਉਸੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਈਟੀਟੀ ਫਸਟ ਈਅਰ ਦੀ ਜਿਹੜੀ ਐਜੂਕੇਸ਼ਨ ਸੋਸਾਇਟੀ ਐਂਡ ਕੈਰੀਕੂਲਮ ਲਰਨਰ ਦੀ ਸਬਜੈਕਟ ਹੈ ਉਹਦੀ ਪਹਿਲੀ ਕਲਾਸ ਹੈ, ਜਿਸ ਦੇ ਵਿੱਚ ਅੱਜ ਵੱਖ-ਵੱਖ ਸਿੱਖਿਆ ਵਿਦਵਾਨਾਂ ਦੇ ਵਿੱਚੋਂ ਆਪਾਂ ਇੱਕ ਪੱਛਮੀ ਵਿਦਵਾਨ ਜਿਹੜੇ ਹੋਏ ਹਨ ਰੂਸੋ, ਉਹਨਾਂ ਦੀ ਫਿਲੋਸਫੀ ਬਾਰੇ ਗੱਲ ਕਰਾਂਗੇ, ਉਹਨਾਂ ਦੀ ਮੁੱਢਲੀ ਜੀਵਨ ਦੇ ਬਾਰੇ ਗੱਲ ਕਰਾਂਗੇ। ਵੱਖ-ਵੱਖ ਪੱਛਮੀ ਵਿਦਵਾਨ ਹੋਏ ਹਨ ਜਿਨ੍ਹਾਂ ਨੇ ਦਰਸ਼ਨ ਸ਼ਾਸਤਰ ਨੂੰ ਕਿਤੇ ਨਾ ਕਿਤੇ ਅੱਜ ਦੀ ਸਿੱਖਿਆ ਨੂੰ ਜੋੜਿਆ ਹੈ। ਇਹ ਤੁਸੀਂ ਜਿਹੜੀ ਤਸਵੀਰ ਵੇਖ ਰਹੇ ਹੋ, ਇਹ ਮਹਾਨ ਸਿੱਖਿਆ ਸ਼ਾਸਤਰੀ ਵਿਦਵਾਨ ਜਿਹੜਾ ਕਿ ਇੱਕ ਰਾਜਨੀਤਿਕ, ਇੱਕ ਫਿਲੋਸਫਰ, ਇੱਕ ਸਿੱਖਿਆ ਸ਼ਾਸਤਰੀ ਅਤੇ ਇੱਕ ਮਨੋਵਿਗਿਆਨਿਕ, ਅਤੇ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਇਸ ਦੀ ਇੱਕ ਅਹਿਮ ਭੂਮਿਕਾ ਰਹੀ ਹੈ ਕਿ ਇਹ ਇੱਕ ਪ੍ਰਕਿਰਤੀਵਾਦੀ ਸੀ ਜੀ। ਇਸ ਨੇ ਸਭ ਤੋਂ ਜ਼ਿਆਦਾ ਸਿੱਖਣ ਦੇ ਲਈ ਜੇ ਕਿਸੇ ਬਾਰੇ ਗੱਲ ਕੀਤੀ ਹੈ ਤਾਂ ਉਹ ਹੈ ਜੀ ਪ੍ਰਕਿਰਤੀ। ਇਹ ਪ੍ਰਕਿਰਤੀ ਨੂੰ ਹੀ ਸਰਵ ਉੱਚ ਉਦਾਹਰਨ ਮੰਨਦਾ ਸੀ ਕਿ ਬੱਚਾ ਪ੍ਰਕਿਰਤੀ ਵਿੱਚ ਰਹਿ ਕੇ ਸਭ ਕੁਝ ਸਿੱਖ ਸਕਦਾ ਹੈ ਜੀ। ਤਾਂ ਸਭ ਤੋਂ ਪਹਿਲਾਂ ਰੂਸੋ ਦੇ ਆਪਾਂ ਬੇਸਿਕ ਪੜ੍ਹਦੇ ਹਾਂ ਜੀ, ਹਿਸਟਰੀ ਪੜ੍ਹਦੇ ਹਾਂ, ਇਹਦਾ ਬਚਪਨ ਕਿਵੇਂ ਬੀਤਿਆ, ਇਸ ਦੀ ਐਜੂਕੇਸ਼ਨ ਕੀ ਸੀ, ਇਸਨੇ ਆਪਣੇ ਜੀਵਨ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਇਹ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ। ਇਸ ਤੋਂ ਇਲਾਵਾ ਸਿੱਖਿਆ ਦੇ ਪ੍ਰਤੀ ਰੂਸੋ ਦੇ ਕੀ ਸੰਕਲਪ ਹਨ, ਬੱਚਿਆਂ ਦੇ ਪ੍ਰਤੀ ਉਸ ਨੇ ਸਿੱਖਿਆ ਨੂੰ ਕਿਸ ਤਰੀਕੇ ਦੇ ਨਾਲ ਵਰਣਨ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀਆਂ ਵੱਖ-ਵੱਖ ਲਿਖੀਆਂ ਗਈਆਂ ਕਿਤਾਬਾਂ ਹਨ। ਉਹਨਾਂ ਕਿਤਾਬਾਂ ਦੇ ਵਿੱਚੋਂ ਜਿਹੜੀ ਉਸ ਦੀ ਸਭ ਤੋਂ ਇੰਪੋਰਟੈਂਟ ਬੁੱਕ ਹੈ ਇਮਾਈਲ, ਉਸ ਦੇ ਕੁਝ ਸਿੱਖਿਆ ਵਜੋਂ ਦਿੱਤੇ ਗਏ ਸਿਧਾਂਤਾਂ ਨੂੰ ਪੜ੍ਹਾਂਗੇ। ਰੂਸੋ ਦਾ ਪੂਰਾ ਨਾਂ ਜੈਨ ਜੈਕਸ ਰੂਸੋ ਸੀ, ਜਿਸ ਨੂੰ ਕਿ ਜੇ ਰੂਸੋ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦਾ 10 ਨੰਬਰ ਦੇ ਵਿੱਚ ਵੱਡਾ ਕੁਐਸਚਨ ਵੀ ਆ ਸਕਦਾ ਹੈ, 3 ਅੰਕ ਵਾਲਾ ਵੀ ਕੁਐਸਚਨ ਆ ਸਕਦਾ ਹੈ ਅਤੇ 1 ਨੰਬਰ ਦੇ ਵਿੱਚ ਵੀ ਇਸ ਤੋਂ ਕੁਐਸਚਨ ਪੁੱਛ ਸਕਦਾ ਹੈ ਜੀ। ਇਸ ਦੀ 1 ਜਾਂ 2 ਵੀਡੀਓ ਦੇ ਵਿੱਚ ਆਪਾਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਵੀਡੀਓ ਹੋਵੇਗੀ ਉਹ ਉਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਬਚਪਨ ਕਿਸ ਤਰੀਕੇ ਦੇ ਨਾਲ ਵਿੱਚ ਬੀਤਿਆ ਉਹ ਆਪਾਂ ਗੱਲ ਕਰਦੇ ਹਾਂ ਜੀ। ਇਹਨਾਂ ਦੇ ਜੀਵਨ ਤੋਂ ਤੁਹਾਨੂੰ ਇਹ ਸਿੱਖਿਆ ਜ਼ਰੂਰ ਮਿਲੇਗੀ ਕਿ ਵਿਅਕਤੀ ਨੂੰ ਆਪਣੇ ਜੀਵਨ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਅਸਫਲਤਾ ਮਿਲਣ ਤੋਂ ਬਾਅਦ ਹੀ ਸਫਲਤਾ ਜ਼ਰੂਰ ਮਿਲਦੀ ਹੈ ਜੀ। ਜੇਕਰ ਤੁਹਾਡੇ ਵਿਚਾਰਾਂ ਦੀ ਅੱਜ ਕੋਈ ਕਦਰ ਨਹੀਂ ਕਰਦਾ ਤਾਂ ਕਦੇ ਨਾ ਕਦੇ ਇਹੋ ਜਿਹਾ ਟਾਈਮ ਜ਼ਰੂਰ ਆਉਂਦਾ ਹੈ ਕਿ ਉਹ ਵਿਚਾਰ ਕਿਤੇ ਨਾ ਕਿਤੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨੇ ਪੈਂਦੇ ਹਨ। ਇਹਨਾਂ ਨੇ ਜੋ ਆਪਣੇ ਜੀਵਨ ਵਿੱਚ ਮੁੱਢਲਾ ਕਸ਼ਟ ਵੇਖਿਆ, ਉਸ ਨੂੰ ਹੀ ਅੱਗੇ ਜਾ ਕੇ ਇਹਨਾਂ ਨੇ ਉਸ ਨੂੰ ਸਿੱਖਿਆ ਸ਼ਾਸਤਰ ਵਿੱਚ ਲਾਗੂ ਵੀ ਕੀਤਾ। ਇਹ ਸਭ ਕੁਝ ਆਪਾਂ ਪੜ੍ਹਾਂਗੇ ਜੀ। ਤੁਹਾਨੂੰ ਵੀਡੀਓ ਨੂੰ ਪੂਰਾ ਵੇਖਣਾ ਹੈ। ਤੁਸੀਂ ਜੇਕਰ ਵੀਡੀਓ ਨੂੰ ਪੂਰਾ ਵੇਖੋਗੇ ਤਾਂ ਮੈਂ ਕਹਿੰਦਾ ਹਾਂ ਜੀ, ਤੁਸੀਂ ਬੁੱਕ ਦੇ ਵਿੱਚ ਜਾ ਕੇ ਕੁਐਸਚਨ ਨੂੰ ਇੱਕ ਵਾਰ ਰੀਡ ਆਊਟ ਕਰਨ ਤੋਂ ਬਾਅਦ ਹੀ ਪੂਰਾ ਆਪਣੇ ਦਿਮਾਗ ਵਿੱਚ ਬਿਠਾ ਲਓਗੇ ਜੀ। ਤੁਹਾਨੂੰ ਬਾਰ-ਬਾਰ ਪਜ਼ਲ ਹੋਣ ਦੀ ਜ਼ਰੂਰਤ ਨਹੀਂ ਹੋਏਗੀ ਜੀ। ਤਾਂ ਰੂਸੋ ਦਾ ਜਨਮ ਇੱਕ ਇਟਲੀ ਦੇ ਸ਼ਹਿਰ ਜਨੇਵਾ ਵਿੱਚ ਹੋਇਆ। ਇਹਨਾਂ ਦਾ ਜਨਮ ਜੂਨ 28, 1712 ਯਾਨੀ 16ਵੀਂ ਸਦੀ ਦੇ ਇਹ ਮਨੋਵਿਗਿਆਨਿਕ ਸਨ। ਇਹਨਾਂ ਦੇ ਮਾਤਾ ਜੀ ਦੀ ਮੌਤ ਜਦੋਂ ਇਹ ਛੋਟੀ ਉਮਰ ਵਿੱਚ ਹੀ ਸੀ ਤਾਂ ਇਹਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਹਨਾਂ ਦੀ ਚਾਚੀ ਜੀ ਨੇ ਇਹਨਾਂ ਨੂੰ ਪਾਲਿਆ। ਇਹਨਾਂ ਦੀ ਜਿਹੜੇ ਆਂਟ ਸਨ ਉਹਨਾਂ ਨੇ ਪਾਲਿਆ। ਪਰ ਕਹਿੰਦੇ ਨੇ ਮਾਂ ਦਾ ਪਿਆਰ ਹੁੰਦਾ ਹੈ ਅਤੇ ਚਾਚੀ ਤਾਈਆਂ ਦਾ ਪਿਆਰ ਹੁੰਦਾ ਹੈ। ਮਾਂ ਦੇ ਜਾਣ ਤੋਂ ਬਾਅਦ ਚਾਚੀ ਨੇ ਬਹੁਤ ਕਸ਼ਟ ਦਿੱਤੇ
ਇਹਦੇ ਫਾਦਰ ਸਾਹਿਬ ਸਨ ਜਿਹੜੇ ਵਾਚ ਮੇਕਰ ਸਨ, ਇੱਕ ਘੜੀ ਸਾਜ਼ ਸਨ, ਅਤੇ ਉਹ ਇਹਨਾਂ ਦੇ ਬਿਲਕੁਲ ਧਿਆਨ ਨਹੀਂ ਦਿੰਦੇ ਸਨ। ਉਹਨਾਂ ਨੂੰ ਬਿਲਕੁਲ ਇਗਨੋਰ ਕਰਦੇ ਸਨ, ਬਿਲਕੁਲ ਧਿਆਨ ਨਹੀਂ ਦਿੰਦੇ ਸਨ। ਇਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਜੀ, ਇਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਸਕੂਲ ਦੀ ਪੜ੍ਹਾਈ ਇਹਨਾਂ ਨੂੰ ਪਸੰਦ ਨਹੀਂ ਸੀ। ਉਹਨਾਂ ਨੂੰ ਸਕੂਲ ਦੀ ਪੜ੍ਹਾਈ ਇਸ ਕਰਕੇ ਪਸੰਦ ਨਹੀਂ ਸੀ ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੀ ਸਕੂਲਿੰਗ ਸੀ ਉਹ ਬਹੁਤ ਹੀ ਮਾੜੀ ਸੀ। ਉੱਥੇ ਦੰਡ ਦਿੱਤਾ ਜਾਂਦਾ ਸੀ, ਬੱਚਿਆਂ ਨੂੰ ਕੁੱਟਿਆ ਜਾਂਦਾ ਸੀ। ਤਾਂ ਉਹਨਾਂ ਨੇ ਬਚਪਨ ਆਪਣਾ ਜਿਹੜਾ ਬਿਤਾਇਆ ਬਹੁਤ ਹੀ ਬੁਰਾ ਬਿਤਾਇਆ। ਸਕੂਲ ਉਹਨਾਂ ਦੇ ਲਈ ਇਸ ਤਰ੍ਹਾਂ ਲੱਗਿਆ ਕਿ ਇੱਥੇ ਪੜ੍ਹਾਈ ਨਹੀਂ, ਸਿਰਫ ਅਤੇ ਸਿਰਫ ਜਿਹੜਾ ਅਧਿਆਪਕ ਨੇ, ਜਿਹੜਾ ਉਹਨਾਂ ਦਾ ਗੁੱਸਾ ਹੈ ਉਹ ਬੱਚਿਆਂ ਉੱਤੇ ਕੱਢਦੇ ਨੇ, ਅਤੇ ਜੋ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਉਹ ਬੱਚਿਆਂ ਦੇ ਮਨ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ। ਉਹ ਬੱਚਿਆਂ ਨੂੰ ਨਹੀਂ ਸਮਝਦੇ, ਉਹ ਆਪਣੇ ਵਿਚਾਰਾਂ ਨੂੰ ਉਹਨਾਂ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਅਤੇ ਰੂਸੋ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਉਹਨਾਂ ਨੇ ਪੜ੍ਹਾਈ ਛੱਡ ਦਿੱਤੀ, ਸਕੂਲ ਛੱਡ ਦਿੱਤਾ। ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ 10 ਸਾਲ ਦੀ ਉਮਰ ਵਿੱਚ ਛੱਡ ਦਿੱਤਾ ਜੀ, ਅਤੇ ਇਹ ਜਨੇਵਾ ਛੱਡ ਕੇ ਵੀ ਚਲੇ ਗਏ। ਇਸ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਇਹਨਾਂ ਨੇ ਇੱਕ ਇੰਜੀਨੀਅਰ ਦੇ ਸਹਾਇਕ ਵਜੋਂ ਕੰਮ ਕੀਤਾ। 12 ਸਾਲ ਦੀ ਉਮਰ ਵਿੱਚ ਇਹਨਾਂ ਨੇ ਦੇਖੋ ਜੀ ਕਿੰਨੀ ਉਮਰ, ਸਿਰਫ 12 ਸਾਲ, ਅਤੇ ਇੰਜੀਨੀਅਰ ਜਿਹੜੇ ਸੀ ਉਹਨਾਂ ਦੇ ਇੱਕ ਸਹਾਇਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਪਰ ਜਿਹੜਾ ਇਹਨਾਂ ਦਾ ਇੰਜੀਨੀਅਰ ਜਿਹੜਾ ਸੀ ਉਹ ਇਹਨਾਂ ਦੇ ਉੱਤੇ ਜ਼ੁਲਮ ਕਰਦਾ, ਉਹ ਇਹਨਾਂ ਨੂੰ ਸਜ਼ਾ ਦਿੰਦਾ, ਉਹ ਇੱਕ ਟੀਚਰ ਵਾਂਗ ਹੀ ਉਸ ਦੇ ਨਾਲ ਵਿਵਹਾਰ ਕਰਦਾ। ਰੂਸੋ ਚਾਹੁੰਦੇ ਸਨ ਕਿ ਉਸ ਨੂੰ ਇਸ ਤਰੀਕੇ ਦਾ ਕੋਈ ਵਿਅਕਤੀ ਮਿਲੇ ਜੋ ਉਸ ਦੇ ਸੁਭਾਅ ਦੇ ਅਨੁਸਾਰ ਸਿਖਾ ਸਕੇ। ਉਹ ਸਖਤ ਸੁਭਾਅ ਦੇ ਬਿਲਕੁਲ ਖਿਲਾਫ ਸਨ। ਉਹਨਾਂ ਨੂੰ ਚਾਹੀਦਾ ਸੀ ਕਿ ਜੋ ਬੱਚਾ ਹੈ, ਜੋ ਸਿੱਖਣ ਵਾਲਾ ਹੈ, ਉਸ ਨੂੰ ਖੁੱਲ੍ਹਾ ਡੁੱਲਾ ਵਾਤਾਵਰਣ ਮਿਲੇ, ਉਸ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਪ੍ਰਭਾਵ ਨਾ ਹੋਵੇ। ਜੇਕਰ ਬਾਰ-ਬਾਰ ਹਰ ਵਾਰ ਉਹ ਅਸਫਲ ਹੋਣਗੇ, ਉਹਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ, ਉਹਨਾਂ ਨੂੰ ਉਹ ਅਸਫਲ ਹੋਣ ਦੇ ਕਾਰਨ ਲੱਭ ਕੇ ਉਹਨਾਂ ਨੂੰ ਫਿਰ ਤੋਂ ਸਫਲਤਾ ਦੀ ਇੱਕ ਨਵੀਂ ਰਾਹ ਵਿਖਾਈ ਜਾਵੇ। ਇਹ ਗੱਲ ਰੂਸੋ ਚਾਹੁੰਦੇ ਸਨ ਕਿ ਹਰ ਬੱਚਾ ਜਿਹੜਾ ਅਧਿਆਪਕ ਤੋਂ ਸਿੱਖੇ, ਪਰ ਕਿਤੇ ਨਾ ਕਿਤੇ ਇਸ ਤਰੀਕੇ ਦੀ ਉਹਨਾਂ ਨੂੰ ਸਿੱਖਿਆ ਇਹ ਜਿਹੀ ਨਹੀਂ ਮਿਲੀ। ਉਹਨਾਂ ਦੀ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ। ਇਸ ਤੋਂ ਬਾਅਦ 21 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ, ਜਿੱਥੇ ਉਹਨਾਂ ਨੂੰ 4 ਸਾਲ ਸਜ਼ਾ ਕੱਟਣੀ ਪਈ ਜੀ। 21 ਸਾਲ ਦੀ ਉਮਰ ਤੇ 4 ਸਾਲ ਸਜ਼ਾ, ਜਿਹੜੀ ਕਿ ਉਹਨਾਂ ਨੂੰ ਇੱਕ ਬਹੁਤ ਹੀ ਮਾੜਾ ਸੰਦੇਸ਼ ਦੇ ਕੇ ਗਈ। ਉਹਨਾਂ ਦੇ ਦਿਲ ਨੂੰ ਬਹੁਤ ਠੇਸ ਲੱਗੀ ਕਿਉਂਕਿ ਉਹਨਾਂ ਨੇ ਕੁਝ ਗਲਤੀ ਨਹੀਂ ਕੀਤੀ ਸੀ, ਪਰ ਜਿਹੜਾ ਉਸ ਸਮੇਂ ਦਾ ਸਮਾਜ ਸੀ ਉਹ ਦਬੇ ਕੁਚਲੇ ਲੋਕਾਂ ਦਾ ਬੜਾ ਵਿਰੋਧ ਕਰਦਾ ਸੀ ਕਿ ਉਹ ਕਿਤੇ ਸਿੱਖਿਆ ਲੈ ਕੇ ਅੱਗੇ ਨਾ ਵੱਧ ਜਾਣ। ਇਸ ਕਰਕੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾ ਦਿੱਤਾ ਗਿਆ। ਉਹਨਾਂ ਦਾ ਕੈਰੀਅਰ ਹਾਲੇ ਤੱਕ ਕੁਝ ਨਹੀਂ ਸੀ ਜੀ। ਉਹਨਾਂ ਨੇ ਇੰਜੀਨੀਅਰ ਸਹਾਇਕ ਦੇ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਉਹ ਇੱਕ ਸ਼ਿਲਪਕਾਰ ਦੇ ਕੋਲ ਗਏ, ਉੱਥੇ ਵੀ ਉਹਨਾਂ ਨੇ ਕੰਮ ਸ਼ੁਰੂ ਕੀਤਾ, ਪਰ ਛੇਤੀ ਹੀ ਛੱਡ ਦਿੱਤਾ ਕਿਉਂਕਿ ਉਹਨਾਂ ਨੂੰ ਉਹ ਸ਼ਿਲਪਕਾਰ ਉਸੇ ਤਰ੍ਹਾਂ ਲੱਗਿਆ ਜਿਵੇਂ ਕਿ ਉਹ ਪਹਿਲੇ ਵਾਲਾ ਇੰਜੀਨੀਅਰ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਅਲੱਗ ਹੀ ਤਰੀਕੇ ਦਾ ਸੁਭਾਅ ਬਣਾਇਆ। ਉਹਨਾਂ ਨੇ ਆਪਣਾ ਕੈਰੀਅਰ ਇੱਕ ਰਾਈਟਰ ਦੇ ਤੌਰ 'ਤੇ, ਇੱਕ ਸਾਹਿਤਕ ਦੇ ਤੌਰ 'ਤੇ, ਇੱਕ ਕੁਦਰਤ ਪ੍ਰੇਮੀ ਦੇ ਤੌਰ 'ਤੇ, ਇੱਕ ਸੁੰਦਰ ਵਾਤਾਵਰਣ ਨੂੰ ਵੇਖਣ ਵਾਲੇ ਦੇ ਤੌਰ 'ਤੇ, ਇੱਕ ਗਰੀਬਾਂ ਦੇ ਹਮਦਰਦੀ ਦੇ ਤੌਰ 'ਤੇ, ਜਿਹੜਾ ਸਮਾਜ ਉਸ ਸਮੇਂ ਦਾ ਸੀ ਉਸ ਦੇ ਵਿਰੁੱਧ ਉਹਨਾਂ ਨੇ ਆਪਣਾ ਇੱਕ ਸਿਸਟਮ ਅਪਣਾਇਆ। ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਜੀ। ਉਹਨਾਂ ਨੇ ਕਿਹਾ ਕਿ ਆਪਾਂ ਨੂੰ ਕੁਦਰਤ ਵੱਲ ਮੁੜ ਜਾਣਾ ਚਾਹੀਦਾ ਹੈ, ਕੁਦਰਤ ਦੀ ਗੋਦ ਵਿੱਚ ਚਲੇ ਜਾਣਾ ਚਾਹੀਦਾ ਹੈ, ਕਿਉਂ ਕੁਦਰਤ ਹੀ ਸਭ ਤੋਂ ਵੱਡਾ ਆਪਣਾ ਅਧਿਆਪਕ ਹੈ, ਕੁਦਰਤ ਹੀ ਸਭ ਤੋਂ ਵੱਡਾ ਆਪਣਾ ਟੀਚਰ ਹੈ ਜੀ। ਸਕੂਲ ਦੀ ਜਿਹੜੀ ਪੜ੍ਹਾਈ ਹੈ ਉਹ ਤੁਹਾਨੂੰ ਕਦੇ ਵੀ ਕੰਮ ਨਹੀਂ ਆਉਣੀ, ਪਰ ਜਿਹੜੀ ਤੁਸੀਂ ਆਪਣੇ ਆਪ ਸਿੱਖਦੇ ਹੋ, ਕੁਦਰਤ ਦੁਆਰਾ ਸਿੱਖਦੇ ਹੋ, ਕੁਦਰਤ ਦੇ ਵਿੱਚ ਰੁੱਝ ਕੇ ਸਿੱਖਦੇ ਹੋ, ਉਹ ਤੁਹਾਨੂੰ ਕੰਮ ਦੇਗੀ ਜੀ। ਉਹਨਾਂ ਨੇ 38 ਸਾਲ ਦੀ ਉਮਰ ਵਿੱਚ ਜਾ ਕੇ, ਦੇਖੋ ਜੀ ਬੜੀ ਹੀ ਇਹ ਸੋਹਣੀ ਕਹਾਣੀ ਵੀ ਹੈ, ਆਪਾਂ ਨੂੰ ਇਸ ਤੋਂ ਬਹੁਤ ਸਿੱਖਿਆ ਵੀ ਮਿਲਦੀ ਹੈ ਕਿ 38 ਸਾਲ ਦੀ ਉਮਰ ਵਿੱਚ ਜਾ ਕੇ ਉਹਨਾਂ ਨੇ ਪਹਿਲੀ ਆਪਣੀ ਰਚਨਾ ਲਿਖੀ। ਪਹਿਲੀ ਉਹਨਾਂ ਨੂੰ ਇੱਕ
ਛੋਟੀ ਜੀ ਮੰਨ ਸਕਦੇ ਹਾਂ ਜੀ ਸਫਲਤਾ ਮਿਲੀ 38 ਸਾਲ ਦੀ ਉਮਰ ਵਿੱਚ। ਉਹ ਵੀ ਸਮਾਜ ਦੀ ਜਿਹੜੀ ਬੁਰਾਈਆਂ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਖੁੱਲ੍ਹ ਕੇ ਲਿਖਿਆ ਤੇ ਪ੍ਰਕਿਰਤੀ ਨੂੰ ਸਭ ਤੋਂ ਵੱਡਾ ਇੱਕ ਅਧਿਆਪਕ ਮੰਨਿਆ। ਇਸ ਤੋਂ ਬਾਅਦ ਵੀ ਉਹਨਾਂ ਦੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ ਜੀ। ਉਸ ਤੋਂ ਬਾਅਦ ਸਮਾਜ ਨੇ, ਉੱਥੇ ਦੀਆਂ ਸਰਕਾਰਾਂ ਨੇ ਉਹਨਾਂ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣਾ ਪਿਆ, ਕਿਉਂਕਿ ਆਪਣਾ ਦੇਸ਼ ਛੱਡਣਾ ਪਿਆ ਜੀ। ਉੱਥੇ ਉਹਨਾਂ ਦਾ ਵਿਰੋਧ ਬਹੁਤ ਹੋਇਆ। ਜਿਹੜੀ ਵੀ ਉਹਨਾਂ ਨੇ ਰਚਨਾਵਾਂ ਲਿਖੀਆਂ ਉਹਨਾਂ ਦਾ ਵਿਰੋਧ ਕੀਤਾ ਗਿਆ, ਕਿਉਂਕਿ ਸਮਾਜ ਨਹੀਂ ਚਾਹੁੰਦਾ ਸੀ ਕਿ ਜਿਹੜੀਆਂ ਗੱਲਾਂ ਰੂਸੋ ਕਰਦਾ ਹੈ ਉਹ ਦਬੇ ਕੁਚਲੇ ਲੋਕਾਂ ਤੱਕ ਪਹੁੰਚੇ। ਹਰ ਕੋਈ ਫਿਰ ਪੜ੍ਹਨ ਲੱਗ ਜਾਏਗਾ ਤੇ ਕਿਤੇ ਨਾ ਕਿਤੇ ਜਿਹੜੇ ਰਾਜਨੀਤਿਕ ਲਾਭ ਉਠਾਉਣ ਵਾਲੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਸੱਤਾ ਨੂੰ ਖਤਰਾ ਹੈ, ਤਾਂ ਉਹਨਾਂ ਨੇ ਰੂਸੋ ਦਾ ਵਿਰੋਧ ਕੀਤਾ। ਉਸ ਨੂੰ ਉਸ ਦੇਸ਼ ਦੇ ਵਿੱਚੋਂ ਨਿਕਾਲ ਦਿੱਤਾ ਜੀ। ਉਹਨਾਂ ਨੂੰ ਪੈਰਿਸ ਜਾਣਾ ਪਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਹੋਰ ਰਚਨਾਵਾਂ ਕਿਤੇ ਹੋਰ ਦੇਸ਼ ਵਿੱਚ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੀ। ਉਹਨਾਂ ਦੀਆਂ ਵੱਖ-ਵੱਖ ਰਚਨਾਵਾਂ ਹੈ। ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਮਹੱਤਵਪੂਰਨ ਰਚਨਾਵਾਂ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿਹੜੀਆਂ-ਕਿਹੜੀਆਂ ਨੇ। ਇਮਾਈਲ, ਇਹ ਬੁੱਕ ਰੂਸੋ ਦੀ ਸਿੱਖਿਆ ਸ਼ਾਸਤਰ ਨੂੰ ਬਹੁਤ ਵੱਡੀ ਦੇਣ ਹੈ ਜੀ। ਮੈਂ ਤੁਹਾਨੂੰ ਇਸ ਤੋਂ ਇਲਾਵਾ ਜਿਹੜੀ ਬੁੱਕਸ ਹੈ ਉਹ ਦੱਸ ਦਿੰਦਾ ਹਾਂ। ਸੋਸ਼ਲ ਕੰਟਰੈਕਟ, ਉਸ ਤੋਂ ਇਲਾਵਾ ਦ ਪ੍ਰੋਗਰੈਸ ਆਫ ਆਰਟ ਐਂਡ ਸਾਇੰਸ, ਦ ਓਰੀਜਨ ਆਫ ਇਨਇਕੁਐਲਿਟੀ ਅਮੰਗ ਦ ਮੈਨ, ਕਨਫਿਊਸ਼ਨ। ਵੱਖ-ਵੱਖ ਤਰੀਕੇ ਦੀਆਂ ਪ੍ਰਕਿਰਤੀ ਅਤੇ ਐਜੂਕੇਸ਼ਨ ਦੇ ਨਾਲ ਰਿਲੇਟਿਡ ਉਹਨਾਂ ਨੇ ਬੁੱਕਸ ਲਿਖੀਆਂ। ਪਰ ਜਿਹੜੀ ਇਮਾਈਲ ਇਹ ਬੁੱਕ ਤੁਸੀਂ ਹੁਣ ਵੇਖ ਰਹੇ ਹੋ, ਇਹ ਸਭ ਤੋਂ ਇੰਪੋਰਟੈਂਟ ਬੁੱਕ ਹੈ ਜੀ। ਇਮਾਈਲ ਬੁੱਕ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜੀ ਦੱਸ ਦਿੰਦਾ ਕੀ ਹੈ ਜੀ ਇਸ ਬੁੱਕ ਦੇ ਵਿੱਚ। ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜੇ ਕੁਐਸਚਨ ਕਿਸ ਤਰੀਕੇ ਦੇ ਨਾਲ ਆਉਂਦੇ ਆ ਉਸ ਦੇ ਉੱਤੇ ਨਿਗਾਹ ਮਾਰਾਂਗੇ ਜੀ। ਇਮਾਈਲ ਜਿਹੜੀ ਬੁੱਕ ਹੈ ਉਸ ਦੇ ਵਿੱਚ ਇੱਕ ਕਾਲਪਨਿਕ ਬੱਚੇ ਦੀ ਕਹਾਣੀ ਨੂੰ ਦੱਸਿਆ ਗਿਆ ਹੈ, ਜਿਸ ਨੂੰ ਕਿਤੇ ਨਾ ਕਿਤੇ ਰੂਸੋ ਆਪਣੇ ਆਪ ਨੂੰ ਹੀ ਲਿਖ ਰਿਹਾ ਹੈ। ਇਸ ਦੇ ਵਿੱਚ ਉਹ ਇਮਾਈਲ ਦੀ ਪਤਨੀ ਸੋਫੀ, ਇਮਾਈਲ ਦਾ ਪਰਿਵਾਰ, ਉਸ ਦੇ ਬਾਰੇ ਸਭ ਕੁਝ ਲਿਖਦਾ ਜੀ। ਇਸ ਦੇ ਵਿੱਚ ਉਹ ਇੱਕ ਕਾਲਪਨਿਕ ਬੱਚੇ ਇਮਾਈਲ ਨੂੰ ਕਹਿੰਦਾ ਹੈ ਕਿ ਉਸ ਨੂੰ ਇੱਕ ਖੁੱਲ੍ਹੇ ਡੁੱਲੇ ਵਾਤਾਵਰਣ ਪ੍ਰਕਿਰਤੀ ਦੇ ਵਿੱਚ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪ੍ਰਕਿਰਤੀ ਦੀ ਗੋਦ ਵਿੱਚ ਰਹਿ ਕੇ ਆਪਣੇ ਆਪ ਦਾ ਜਿਹੜਾ ਸੁਭਾਵਿਕ ਵਿਕਾਸ ਹੈ ਉਹ ਕਰ ਸਕਦਾ ਹੈ ਜੀ। ਕਿਉਂਕਿ ਪ੍ਰਕਿਰਤੀ ਨੂੰ ਹੀ ਸਭ ਤੋਂ ਵੱਡਾ ਉਹਨਾਂ ਨੇ ਕਿਹਾ ਸੀ। ਇਸ ਬੁੱਕ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਕਿਰਤੀ ਵੱਲ ਵਾਪਸ ਚੱਲੋ ਤੇ ਤੁਸੀਂ ਪ੍ਰਕਿਰਤੀ ਦੇ ਦੁਆਰਾ ਸਭ ਕੁਝ ਸਿੱਖ ਸਕਦੇ ਹੋ ਜੀ। ਉਸ ਦੇ ਵਿਕਾਸ ਦੇ ਲਈ ਉਸਨੇ ਕਿਹਾ ਪ੍ਰਕਿਰਤੀ ਇੱਕ ਖੁੱਲ੍ਹਾ ਵਾਤਾਵਰਣ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਇੰਡੀਪੈਂਡੈਂਸ ਰੱਖ ਕੇ ਆਪਣਾ ਵਿਕਾਸ ਕਰ ਸਕਦੇ ਹੋ ਜੀ। ਇਸ ਤੋਂ ਇਲਾਵਾ ਇਸ ਬੁੱਕ ਦੇ ਵਿੱਚ ਹੀ ਉਹਨਾਂ ਨੇ ਇਸਤਰੀ ਸਿੱਖਿਆ ਅਤੇ ਉਹਨਾਂ ਨੂੰ ਵੱਖ-ਵੱਖ ਕਿਸ ਤਰੀਕੇ ਦੇ ਗਿਆਨ ਸਬਜੈਕਟ ਉਹਨਾਂ ਦੇ ਹੋਣੇ ਚਾਹੀਦੇ ਹਨ, ਕੈਰੀਕੂਲਮ ਕਿਸ ਤਰੀਕੇ ਦਾ ਹੋਣਾ ਚਾਹੀਦਾ, ਪਾਠਕ੍ਰਮ ਕਿਸ ਤਰੀਕੇ ਦਾ ਹੋਣਾ ਚਾਹੀਦਾ, ਉਸ ਬਾਰੇ ਵਿਚਾਰ ਰੱਖੇ ਸਨ। ਇਸ ਤੋਂ ਇਲਾਵਾ ਉਹਨਾਂ ਦੀ ਸਿੱਖਿਆ ਦੇ ਪ੍ਰਤੀ ਹਰ ਵਰਗ ਨੂੰ ਕਿਸ ਤਰੀਕੇ ਦੇ ਨਾਲ ਸਿੱਖਿਆ ਦਿੱਤੀ ਜਾਵੇ, ਰਾਜਨੀਤਿਕ ਸਿੱਖਿਆ ਕਿਸ ਨੂੰ ਮਿਲੇ, ਕਿਸ ਦੇ ਕੋਲ ਕਿਸ ਤਰੀਕੇ ਦਾ ਆਪਣਾ ਪਾਠਕ੍ਰਮ ਹੋਵੇ, ਇਹ ਉਸ ਨੇ ਨਿਰਧਾਰਿਤ ਕੀਤਾ ਜੀ। ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਉਮਰ ਵਰਗ ਦੇ ਅਨੁਸਾਰ ਪਾਠਕ੍ਰਮ ਨੂੰ ਵੀ ਵਰਗੀਕ੍ਰਿਤ ਕੀਤਾ। ਰੂਸੋ ਇਸ ਬੁੱਕ ਦੇ ਵਿੱਚ ਕਹਿੰਦੇ ਹਨ ਕਿ ਬੱਚੇ ਨੂੰ 12 ਸਾਲ ਤੱਕ, ਰੂਸੋ ਕੀ ਕਹਿੰਦੇ ਹਨ ਜੀ ਕਿ ਬੱਚੇ ਨੂੰ 12 ਸਾਲ ਤੱਕ ਪ੍ਰਕਿਰਤੀ ਵਿੱਚ ਖੁੱਲ੍ਹਾ ਛੱਡ ਦੇਣਾ ਚਾਹੀਦਾ ਹੈ। ਉਸ ਨੂੰ 12 ਸਾਲ ਤੱਕ ਸਕੂਲੀ ਸਿੱਖਿਆ ਬਿਲਕੁਲ ਨਹੀਂ ਦੇਣੀ ਚਾਹੀਦੀ ਜੀ। ਉਸ ਨੂੰ ਸਮਾਜ, ਆਪਣੇ ਆਲੇ ਦੁਆਲੇ ਪ੍ਰਕਿਰਤੀ ਤੋਂ ਕਿਰਿਆਵਾਂ ਤੇ ਪ੍ਰਤੀਕਿਰਿਆਵਾਂ ਕਰਕੇ ਸਿੱਖਣਾ ਚਾਹੀਦਾ ਹੈ, ਕਿਉਂਕਿ ਉਸ ਤੋਂ ਉਸ ਦਾ ਪੂਰਨ ਰੂਪ ਵਿੱਚ ਵਿਕਾਸ ਹੋਵੇਗਾ। ਸਿੱਖਿਆ ਪ੍ਰਤੀ ਰੂਸੋ ਦੀ ਕੀ ਸੋਚ ਸੀ ਉਹ ਆਪਾਂ ਪੜ੍ਹਦੇ ਹਾਂ ਜੀ। ਇਹ ਬੁੱਕ ਇਮਾਈਲ। ਇਸ ਤੋਂ ਬਾਅਦ ਜਿਹੜੀ ਮੈਂ ਦੂਜੀ ਬੁੱਕ ਕਹੀ ਸੀ ਜੀ ਸੋਸ਼ਲ ਕੰਟਰੈਕਟ, ਇਹ ਬੁੱਕ ਹੈ। ਇਸ ਤੋਂ ਇਲਾਵਾ ਓਲ ਸੋਸ਼ਲ ਕੰਟਰੈਕਟ, ਰੂਸੋ ਪੋਲੀਟੀਕਲ ਰਾਈਟਿੰਗਸ, ਡਿਸਕੋਰਸ, ਇਹ ਬੁੱਕ ਹੈ ਜੀ ਉਹਨਾਂ ਦੀ। ਇਹ ਵੱਖ-ਵੱਖ ਪ੍ਰਕਾਰ ਦੀਆਂ ਬੁੱਕਸ ਨੇ।
ਫੇਮਸ ਉਹਨਾਂ ਦੀ ਬੁੱਕਸ ਮੈਂ ਤੁਹਾਨੂੰ ਦੱਸ ਦਿੱਤੀਆਂ। ਦ ਪ੍ਰੋਗਰੈਸ ਆਫ ਆਰਟ ਐਂਡ ਸਾਇੰਸ, ਦ ਓਰੀਜਨ ਆਫ ਇਨਇਕੁਅਲਿਟੀ ਅਮੰਗ ਦ ਮੈਨ, ਸੋਸ਼ਲ ਕੰਟਰੈਕਟ, ਇਮਾਈਲ। ਇਮਾਈਲ ਬੁੱਕ ਤੁਸੀਂ ਯਾਦ ਰੱਖਣੀ ਹੈ ਜੀ। ਤੁਹਾਡੇ ਕੋਲੋਂ ਕੁਐਸਚਨ ਪੁੱਛ ਸਕਦਾ 1 ਨੰਬਰ ਦੇ ਵਿੱਚ ਕਿ ਇਮਾਈਲ ਬੁੱਕ ਕਿਸ ਨੇ ਲਿਖੀ ਸੀ ਤੇ ਕੀ ਕਹਾਣੀ ਹੈ, ਥੋੜ੍ਹਾ ਬਹੁਤ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਹੈ। ਕਨਫਿਊਸ਼ਨ, ਇਹ ਇਹਨਾਂ ਦੀ ਫੇਮਸ ਬੁੱਕਸ ਹਨ। ਸਿੱਖਿਆ ਦੇ ਪ੍ਰਤੀ ਕੀ ਸੋਚ ਸੀ ਜੀ ਰੂਸੋ ਦੀ? ਰੂਸੋ ਦਾ ਇਹ ਬਹੁਤ ਹੀ ਇੱਕ ਸੋਹਣਾ ਕੋਟਸ ਹੈ ਜੀ। ਕੀ ਕਹਿੰਦਾ ਹੈ ਰੂਸੋ ਕਿ ਮੈਨ ਇਜ਼ ਬੋਰਨ ਫਰੀ ਐਂਡ ਐਵਰੀਵੇਅਰ ਹੀ ਇਜ਼ ਇਨ ਚੇਨ, ਕਿ ਮਨੁੱਖ ਇੰਡੀਪੈਂਡੈਂਸ ਸੁਤੰਤਰ ਰੂਪ ਵਿੱਚ ਪੈਦਾ ਹੁੰਦਾ ਹੈ ਜੀ, ਪਰ ਉਹ ਕਿਤੇ ਨਾ ਕਿਤੇ ਜੰਜੀਰਾਂ ਵਿੱਚ ਜਕੜਿਆ ਹੋਇਆ ਹੈ। ਜੰਜੀਰਾਂ ਕਿਸ ਤਰੀਕੇ ਦੀਆਂ ਨੇ? ਉਹ ਉਹਨਾਂ ਨੇ ਕਿਹਾ ਕਿ ਵਰਗ ਭੇਦ ਦੀਆਂ ਜੰਜੀਰਾਂ ਨੇ, ਊਚ ਨੀਚ ਦੀਆਂ ਜੰਜੀਰਾਂ ਨੇ, ਗਰੀਬ ਦਾ ਸ਼ੋਸ਼ਣ ਦੀਆਂ ਜੰਜੀਰਾਂ ਨੇ, ਵਿਚਾਰਾਂ ਦੀਆਂ ਜੰਜੀਰਾਂ ਨੇ। ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਹੈ। ਉਸ ਦੇ ਉੱਤੇ ਨਿਯਮਾਂ ਦੀਆਂ ਜੰਜੀਰਾਂ ਨੇ। ਉਸ ਨੂੰ ਖੁੱਲ੍ਹਾ ਡੁੱਲਾ ਸੁਭਾਅ ਨਹੀਂ ਮਿਲਦਾ। ਉਸ ਨੂੰ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ, ਆਪਣੀ ਆਵਾਜ਼ ਉਠਾਉਣ ਦਾ, ਨਵੀਂ ਸਿੱਖਿਆ ਲੈਣ ਦਾ, ਆਪਣਾ ਵਿਕਾਸ ਕਰਨ ਦਾ, ਆਪਣੇ ਸ਼ੋਸ਼ਣ ਦੇ ਵਿਰੁੱਧ ਆਵਾਜ਼ ਉਠਾਉਣ ਦਾ, ਸਰਕਾਰ ਦਾ ਵਿਰੋਧ ਕਰਨ ਦਾ ਉਸ ਨੂੰ ਕਿਤੇ ਵੀ ਇਹ ਮੌਕਾ ਨਹੀਂ ਮਿਲਦਾ। ਤੇ ਇਹ ਜਿਹੜੀਆਂ ਸਾਰੀਆਂ ਜੰਜੀਰਾਂ ਹਨ ਉਸ ਦੇ ਲਈ ਉਸ ਦੇ ਵਿਕਾਸ ਨੂੰ ਰੋਕਦੀਆਂ ਹਨ। ਸਿੱਖਿਆ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬੱਚੇ ਦਾ ਵਿਕਾਸ ਤਦ ਹੀ ਮੰਨਿਆ ਜਾਏਗਾ ਜੇਕਰ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕੇ। ਰੂਸੋ ਭਾਸ਼ਣ ਵਾਲੀ ਸਿੱਖਿਆ ਉੱਤੇ ਵਿਰੋਧ ਕਰਦੇ ਸਨ। ਉਹ ਚਾਹੁੰਦੇ ਸਨ ਕਿ ਕੋਈ ਵਿਅਕਤੀ ਆ ਕੇ ਵਿਚਾਰ ਪ੍ਰਗਟ ਖੁਦ ਆਪਣੇ ਨਾ ਕਰਨ, ਦੂਜਿਆਂ ਦੇ ਵੀ ਸੁਣਨ। ਉਹ ਲੈਕਚਰ ਜਿਹੜੀ ਵਿਧੀ ਹੈ ਉਹਦਾ ਵਿਰੋਧ ਕਰਦੇ ਸਨ। ਉਹ ਸਿੱਖਿਆ ਵਿੱਚ ਸਿੱਖਿਆਰਥੀ ਨੂੰ ਐਕਟਿਵ ਲਰਨਰ, ਚਾਈਲਡ ਨੂੰ ਐਕਟਿਵ ਲਰਨਰ ਦੇ ਤੌਰ ਦੇ ਉੱਤੇ ਮੰਨਦੇ ਸਨ। ਇਹ ਗੱਲ ਪਿਆਜੇ ਵੀ ਕਹਿੰਦੇ ਹੈ ਕਿ ਬੱਚੇ ਨੂੰ ਇੱਕ ਐਕਟਿਵ ਲਰਨਰ ਮੰਨਣਾ ਚਾਹੀਦਾ ਹੈ। ਉਸ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਉਸ ਦੇ ਵਿੱਚ ਜਿਹੜੀਆਂ ਮਾਨਸਿਕ ਸੰਵੇਦਨਾਵਾਂ ਹਨ ਉਹਨਾਂ ਨੂੰ ਆਪਣੇ ਅੰਦਰ ਰੱਖ ਕੇ ਫਿਰ ਉਸ ਨੂੰ ਸਿਖਾਉਣਾ ਚਾਹੀਦਾ ਹੈ ਜੀ। ਤਾਂ ਜੀ ਤੁਹਾਡਾ ਜਿਹੜਾ ਚੈਪਟਰ ਹੈ ਇਹ ਬੁੱਕ ਦੇ ਵਿੱਚ ਤੀਜਾ ਚੈਪਟਰ ਹੈ ਜੀ, ਪੱਛਮੀ ਵਿਦਵਾਨਾਂ ਦੇ ਵਿਚਾਰ ਵਿੱਚ ਸਿੱਖਿਆ ਅਤੇ ਸਕੂਲੀ ਸਿੱਖਿਆ, ਸਕੂਲਿੰਗ ਐਂਡ ਐਜੂਕੇਸ਼ਨ ਐਜ਼ ਵਿਜ਼ੂਅਲਾਈਜ਼ਡ ਬਾਈ ਵੈਸਟਰਨ ਥਿੰਕਰ। ਜਿਹੜੇ ਪੱਛਮੀ ਵਿਦਵਾਨ ਹੋਏ ਹਨ ਉਹਨਾਂ ਦੇ ਵਿੱਚੋਂ ਰੂਸੋ ਦੇ ਬਾਰੇ ਆਪਾਂ ਪੜ੍ਹ ਰਹੇ ਹਾਂ। ਜਿਹੜਾ ਸਭ ਕੁਝ ਆਪਾਂ ਪੜ੍ਹਿਆ ਉਹ ਤੁਹਾਡਾ ਇਸ ਦੇ ਵਿੱਚ ਕਵਰ ਹੋ ਗਿਆ ਹੈ ਜੀ। ਮੈਂ ਇਹ PDF ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿਆਂਗਾ। ਇਸ ਦੀਆਂ 2 ਕਲਾਸਾਂ ਜਾਂ 3 ਕਲਾਸਾਂ ਹੋਣਗੀਆਂ। ਮੈਂ 2 ਦੇ ਵਿੱਚ ਸਮਅਪ ਕਰਨ ਦੀ ਕੋਸ਼ਿਸ਼ ਕਰਾਂਗਾ। ਉਸ ਦੇ ਵਿੱਚ ਆਪਣਾ ਰੂਸੋ ਕੰਪਲੀਟ ਹੋ ਜਾਏਗਾ ਜੀ। ਤੁਹਾਡੇ 10 ਨੰਬਰ ਦਾ ਇੱਕ ਕੁਐਸਚਨ ਕੰਪਲੀਟ ਹੋ ਜਾਏਗਾ। 10 ਨੰਬਰ, 3 ਨੰਬਰ ਤੇ 1 ਨੰਬਰ ਦੇ ਵਿੱਚ ਕੁਐਸਚਨ ਆ ਸਕਦਾ ਹੈ ਜੀ। ਆਪਾਂ ਨੇ ਰੂਸੋ ਬਾਰੇ ਪੜ੍ਹ ਲਿਆ। ਦਰਸ਼ਨ ਸ਼ਾਸਤਰ ਅਤੇ ਸਿੱਖਿਆ ਦਾ ਸਹਿ ਸੰਬੰਧ ਕੀ ਹੈ ਇਸ ਬਾਰੇ ਪੜ੍ਹ ਲਿਆ, ਬੇਸਿਕ ਜਾਣਕਾਰੀ ਲੈ ਲਈ ਜੀ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ। ਜਿਹੜਾ ਅੱਜ ਆਪਣਾ ਇੱਕ ਕੁਐਸਚਨ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਭ ਕੁਝ ਇਸ ਦੇ ਵਿੱਚ ਦਿੱਤਾ ਹੋਇਆ ਜਿਹੜਾ ਆਪਾਂ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਰੂਸੋ ਦੀ ਜਿਹੜੀ ਗੱਲ ਹੈ ਉਹ ਇਸ ਦੇ ਵਿੱਚ ਸਾਰਾ ਲਿਖਿਆ ਹੋਇਆ ਜੀ। ਪ੍ਰਕਿਰਤੀਵਾਦੀ ਸੀ, ਠੀਕ ਹੈ। ਉਹਨਾਂ ਦਾ ਜਨਮ ਕਦੋਂ ਹੋਇਆ, ਉਹਨਾਂ ਦੀ ਦੇਖਭਾਲ ਕਿਸ ਤਰੀਕੇ ਦੇ ਨਾਲ ਹੋਈ, ਉਹਨਾਂ ਦੇ ਜਿਹੜੇ ਪਿਤਾ ਸੀ ਉਹ ਕੀ ਕੰਮ ਕਰਦੇ ਸਨ, ਸਾਰਾ ਕੁਝ ਇਹਦੇ ਵਿੱਚ ਦਿੱਤਾ ਹੋਇਆ। ਤੁਸੀਂ ਵੀਡੀਓ ਨੂੰ ਸੁਣ ਲਓਗੇ ਤਾਂ ਤੁਹਾਡੇ ਇਹ ਸਾਰਾ ਜਿਹੜੇ ਇਹਨਾਂ ਦਾ ਬੇਸਿਕ ਹੈ ਉਹ ਪੂਰਾ ਹੋ ਜਾਏਗਾ ਜੀ। ਇਹ ਆਪਾਂ ਜਿਹੜੀ ਬੁੱਕਸ ਪੜ੍ਹੀਆਂ ਸਨ ਮੈਂ ਤੁਹਾਨੂੰ ਦੱਸੀਆਂ ਉਹ ਸਾਰੀ ਬੁੱਕਸ ਨੇ ਜੀ। ਇਹ ਤੁਸੀਂ ਇਹ PDF ਮਿਲ ਜਾਏਗੀ, ਉਸ ਦੇ ਵਿੱਚ ਤੁਸੀਂ ਇਹਨੂੰ ਰੀਡ ਆਊਟ ਕਰ ਲੈਣਾ ਜੀ। ਦ ਪ੍ਰੋਗਰੈਸ ਆਫ ਆਰਟ ਐਂਡ ਸਾਇੰਸ, ਦ ਓਰੀਜਨ ਆਫ ਇਨਇਕੁਅਲਿਟੀ ਅਮੰਗ ਦ ਮੈਨ, ਸੋਸ਼ਲ ਕੰਟਰੈਕਟ, ਇਮਾਈਲ ਐਂਡ ਕਨਫਿਊਸ਼ਨ। ਇਹ ਇਹਨਾਂ ਦੀਆਂ ਪੁਸਤਕਾਂ ਹਨ। ਜਿਹੜੀ ਉੱਤੇ 2 ਬੁੱਕਸ ਦਿੱਤੀ ਹੋਈ ਹੈ ਜੀ, ਦ ਪ੍ਰੋਗਰੈਸ ਆਫ ਆਰਟਸ ਐਂਡ ਸਾਇੰਸ, ਦ ਓਰੀਜਨ ਆਫ ਇਨਇਕੁਅਲਿਟੀ ਅਮੰਗ ਮੈਨ। ਇਹ ਦੋਨੋਂ ਪ੍ਰਕਿਰਤੀਵਾਦੀ ਜੀਵਨ ਦੇ ਉੱਤਮ ਨੂੰ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਸਕਦਾ ਉਸ ਬਾਰੇ ਨੇ। ਤੇ ਇਮਾਈਲ ਤੇ ਸੋਸ਼ਲ ਕੰਟਰੈਕਟ ਤੇ ਕਨਫਿਊਸ਼ਨ ਨੇ ਇਹ ਸਮਾਜ ਦੀ, ਰਾਜਨੀਤਿਕ ਸ਼ਾਸਤਰ ਦੀ ਤੇ ਇਸ ਤੋਂ ਇਲਾਵਾ ਬੱਚੇ ਦੀ ਸਿੱਖਿਆ ਦੇ ਬਾਰੇ ਵੱਖ-ਵੱਖ ਵਿਚਾਰ ਦਿੱਤੇ ਗਏ ਹਨ। ਇਸ ਤੋਂ ਬਾਅਦ ਆਪਣਾ ਨੈਕਸਟ ਪੁਆਇੰਟ ਰੂਸੋ ਦੀ ਅਮੀਲ
ਤੇ ਸਿੱਖਿਆ, ਇਹ ਆਪਾਂ ਕਰ ਲਿਆ ਹੈ ਜੀ। ਬਾਕੀ ਇਸ ਦੇ ਵਿੱਚੋਂ ਥੋੜਾ ਮੈਂ ਰੀਡ ਆਊਟ ਕਰ ਦਿੰਦਾ ਹਾਂ ਕੀ ਲਿਖਿਆ ਗਿਆ ਹੈ। ਸਿੱਖਿਆ ਦੀ ਦ੍ਰਿਸ਼ਟੀ ਤੋਂ ਰੂਸੋ ਦੀ ਸਭ ਤੋਂ ਪ੍ਰਸਿੱਧ ਪੁਸਤਕ ਅਮੀਲ ਸੀ। ਇਸ ਦੇ ਕਾਰਨ ਹੀ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਵਜੋਂ ਹੋਣ ਲੱਗੀ। ਬਿਲਕੁਲ ਜੀ, ਇਹ ਬਿਲਕੁਲ ਸਹੀ ਗੱਲ ਹੈ। ਉਹਨਾਂ ਨੇ ਇਸੇ ਪੁਸਤਕ ਦੇ ਦੁਆਰਾ ਸਿੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਇਹ ਉਹਨਾਂ ਦੀ ਇੱਕ ਉੱਤਮ ਪੁਸਤਕ ਸੀ ਜੀ। ਰੂਸੋ ਨੇ ਅਮੀਲ ਨੂੰ ਸਮਾਜ ਤੇ ਸਕੂਲ ਦੀ ਗੰਦੇ ਵਾਤਾਵਰਣ ਤੋਂ ਦੂਰ ਪ੍ਰਕਿਰਤੀ ਦੀ ਗੋਦ ਵਿੱਚ ਪ੍ਰਕਿਰਤਿਕ ਨਿਯਮਾਂ ਅਨੁਸਾਰ ਸਿੱਖਿਆ ਦਿੱਤੀ। ਇਹ ਉਹਨਾਂ ਨੇ ਕਾਲਪਨਿਕ ਬੱਚਾ ਮੰਨਿਆ ਜੀ। ਉਸ ਦੇ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੂੰ ਜਿਹੜਾ ਗੰਦਾ ਵਾਤਾਵਰਣ ਦਾ ਮਤਲਬ ਹੈ, ਉਸ ਨੂੰ ਜੋ ਨਿਯਮ ਜੋ ਉਸ ਦੇ ਵਿਕਾਸ ਨੂੰ ਕਿਤੇ ਨਾ ਕਿਤੇ ਰੋਕ ਰਹੇ ਹਨ, ਉਸ ਤੋਂ ਦੂਰ ਲਿਜਾ ਕੇ ਸਮਾਜ ਦੀਆਂ ਜਿਹੜੇ ਅੰਧ ਵਿਸ਼ਵਾਸ, ਜਿਹੜੇ ਉਸ ਸ਼ੋਸ਼ਣ ਦੀਆਂ ਰੀਤੀਆਂ ਸਨ, ਜੋ ਉਸ ਨੂੰ ਪਰੇਸ਼ਾਨ ਕਰਦੀਆਂ ਸਨ, ਕਿਉਂਕਿ ਉਹਦਾ ਬਚਪਨ ਬੜਾ ਹੀ ਕਸ਼ਟਦਾਈ ਬੀਤਿਆ ਸੀ। ਉਸ ਨੂੰ ਪਤਾ ਸੀ ਕਿ ਇੱਕ ਸ਼ੋਸ਼ਿਤ ਦਾ ਕਿਵੇਂ ਸ਼ੋਸ਼ਣ ਕੀਤਾ ਜਾ ਰਿਹਾ, ਇੱਕ ਗਰੀਬ ਬੱਚੇ ਦਾ ਕਿਵੇਂ ਸ਼ੋਸ਼ਣ ਕੀਤਾ ਜਾ ਰਿਹਾ, ਇੱਕ ਯਤੀਮ ਦਾ ਜਿਸ ਦੇ ਮਾਤਾ ਪਿਤਾ ਨਹੀਂ ਹਨ, ਜਾਂ ਇੱਕ ਗਰੀਬ ਬੱਚਾ ਹੈ ਜਿਸ ਦੇ ਕੋਲ ਪੜ੍ਹਨ ਦੇ ਲਈ ਕੋਈ ਸਾਧਨ ਨਹੀਂ ਹਨ, ਕਿਉਂਕਿ ਉੱਚ ਵਰਗ ਦੇ ਬੱਚਿਆਂ ਨੂੰ ਉਸ ਸਮੇਂ ਦੇ ਵਿੱਚ ਕੇਵਲ ਸਿੱਖਿਆ ਦਾ ਅਧਿਕਾਰ ਦਿੱਤਾ ਜਾਂਦਾ ਸੀ। ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਕਿਰਤੀ ਦੀ ਗੋਦ ਵਿੱਚ ਜਾ ਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਕਦੇ ਹੋ ਜੀ। ਉਸ ਦੀ ਸਿੱਖਿਆ ਵਿਵਸਥਾ ਵਿੱਚ ਮਨੋਵਿਗਿਆਨਿਕ ਤੱਥਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ ਸੀ। ਇਹ ਬਿਲਕੁਲ ਸਹੀ ਗੱਲ ਹੈ ਜੀ। ਉਸ ਨੂੰ ਪ੍ਰਕਿਰਤੀ ਵਾਤਾਵਰਣ ਵਿੱਚ ਇੰਡੀਪੈਂਡੈਂਸ ਤੌਰ ਤੇ ਖੁੱਲ੍ਹਾ ਛੱਡ ਕੇ ਉਸ ਨੂੰ ਕੀ ਉਸ ਦੇ ਤਨ ਮਨ ਦਾ ਸੁਤੰਤਰ ਰੂਪ ਵਿੱਚ ਕੀ ਕੀਤਾ ਗਿਆ ਜੀ, ਸੁਭਾਵਿਕ ਵਿਕਾਸ ਕੀਤਾ ਗਿਆ। ਤੇ ਉਸ ਤੋਂ ਇਲਾਵਾ ਇਹ ਰੂਸੋ ਦਾ ਪ੍ਰਕਿਰਤੀਵਾਦ ਸੀ। ਇਸ ਨੂੰ ਹੀ ਉਸਨੇ ਪ੍ਰਕਿਰਤੀਵਾਦ ਕਿਹਾ ਸੀ ਤੇ ਪ੍ਰਕਿਰਤੀ ਵੱਲ ਵਾਪਸ ਚੱਲੋ, ਇਸ ਪੁਸਤਕ ਦੇ ਵਿੱਚ ਉਸ ਨੇ ਗੱਲ ਕਹੀ ਸੀ ਜੀ। ਇਸ ਪੁਸਤਕ ਦਾ ਜਿਹੜੇ ਪੱਛਮੀ ਦੇਸ਼ ਸੀ ਉਹਨਾਂ ਨੇ ਬਹੁਤ ਵਿਰੋਧ ਕੀਤਾ ਜੀ। ਇਸ ਦਾ ਕਾਰਨ ਸੀ ਕਿਉਂਕਿ ਇਸ ਦੇ ਵਿੱਚ ਰੂਸੋ ਨੇ ਜਿਹੜੀ ਇਸਤਰੀ ਸਿੱਖਿਆ ਅਤੇ ਜਿਹੜੇ ਸਕੂਲ ਚੱਲ ਰਹੇ ਸਨ, ਸਰਕਾਰ ਨੂੰ ਜਿਸ ਦੇ ਨਾਲ ਫਾਇਦਾ ਹੋ ਰਿਹਾ ਸੀ, ਉਸ ਦੇ ਬੱਚੇ ਜਿਹੜੇ ਆਉਂਦੇ ਸਨ, ਜਿਨ੍ਹਾਂ ਦਾ ਦਾਖਲਾ 6 ਸਾਲ ਦੀ ਉਮਰ ਵਿੱਚ ਹੋ ਰਿਹਾ ਸੀ, ਉਹਨਾਂ ਦਾ ਦਾਖਲਾ ਘੱਟ ਹੋ ਗਿਆ ਜੀ, ਕਿਉਂਕਿ 12 ਸਾਲ ਤੱਕ ਉਹ ਚਾਹੁੰਦੇ ਸਨ ਕਿ ਬੱਚੇ ਘਰ ਰਹਿਣ, ਪ੍ਰਕਿਰਤੀ ਦੁਆਰਾ ਸਿੱਖਣ। ਤਾਂ ਜਿਹੜੇ ਉਸ ਸਮੇਂ ਦੇ ਵਿਦਵਾਨ ਸਨ ਉਹਨਾਂ ਨੇ ਵਿਰੋਧ ਕੀਤਾ ਕਿ ਇਹ ਸਿੱਖਿਆ ਤੋਂ ਦੂਰ, ਇਹ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਤੇ ਜਿਹੜੇ ਗਲਤ ਰਸਤੇ ਨੇ ਉਸ ਬਾਰੇ ਇਹ ਗੱਲ ਕਰ ਰਿਹਾ ਹੈ। ਰੂਸੋ ਦਾ ਬਹੁਤ ਹੀ ਵਿਰੋਧ ਕੀਤਾ ਗਿਆ। ਉਸ ਤੋਂ ਇਲਾਵਾ ਆਪਾਂ ਦੂਜਾ ਪੁਆਇੰਟ ਇਹ ਪੜ੍ਹਿਆ ਕਿ ਨਵੀਨ ਸਿੱਖਿਆ ਦਾ ਮੋਢੀ। ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਜਿਹੜੀ ਅੱਜ ਦੀ ਸਿੱਖਿਆ ਹੈ ਉਹਦੇ ਵਿੱਚ ਵੀ ਜਿਹੜੇ ਰੂਸੋ ਦੇ ਪਾਠਕ੍ਰਮ ਦੇ ਸਿਧਾਂਤ ਨੇ ਉਹ ਮੰਨੇ ਜਾਂਦੇ ਹਨ। ਇਸ ਤੋਂ ਉਸ ਨੂੰ ਇਹ ਮੰਨਿਆ ਜਾਂਦਾ ਹੈ ਕਿ ਰੂਸੋ ਨੇ ਇੱਕ ਨਵੀਂ ਸਿੱਖਿਆ ਪ੍ਰਣਾਲੀ, ਨਵੀਨ ਸਿੱਖਿਆ ਦਾ ਮੋਢੀ ਮੰਨਿਆ ਜਾਂਦਾ ਹੈ। ਉਹਨਾਂ ਨੇ ਦੋਸ਼ਪੂਰਨ, ਊਚ ਨੀਚ, ਭੇਦਭਾਵ ਅਤੇ ਦੰਡ ਵਾਲੀ ਸਿੱਖਿਆ ਦਾ ਵਿਰੋਧ ਕਰਕੇ, ਅਧਿਆਪਕ ਮੁਖੀ ਸਿੱਖਿਆ ਦਾ ਵਿਰੋਧ ਕਰਕੇ ਬੱਚੇ ਮੁਖੀ ਸਿੱਖਿਆ ਨੂੰ ਥਾਂ ਦਿੱਤੀ ਜੀ। ਬੱਚਿਆਂ ਦੀ ਥਾਂ ਨੂੰ ਉੱਤਮ ਰੱਖਿਆ। ਉਹਨਾਂ ਨੇ ਕਿਹਾ ਕਿ ਬੱਚਾ ਹੈ ਜਿਹੜਾ ਸਭ ਕੁਝ ਸਿੱਖ ਸਕਦਾ ਹੈ ਜੀ। ਰੂਸੋ ਨੇ 4 ਸ਼੍ਰੇਣੀਆਂ ਮੰਨੀਆਂ ਸਨ ਜੀ ਕਿ ਮਾਨਵ ਜਿਹੜਾ ਹੈ, ਬੱਚਾ ਹੈ, ਉਸ ਦੀਆਂ 4 ਸ਼੍ਰੇਣੀਆਂ ਨੇ। ਕਿਹੜੀਆਂ? ਬਾਲਪਨ, ਬਚਪਨ, ਕਿਸ਼ੋਰ ਤੇ ਬਾਲਗ। ਇਹ ਵੱਖ-ਵੱਖ ਮਨੋਵਿਗਿਆਨਿਕਾਂ ਦੁਆਰਾ ਵੱਖ-ਵੱਖ ਤੌਰ ਤੇ ਅਲੱਗ-ਅਲੱਗ ਮੰਨੀਆਂ ਗਈਆਂ ਹਨ ਤੇ ਇਹਨਾਂ ਦਾ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨਾਂ ਨੇ ਵਰਣਨ ਕੀਤਾ ਹੈ। ਰੂਸੋ ਲਈ ਸਿੱਖਿਆ ਦੀ ਕੇਂਦਰੀ ਸਮੱਸਿਆ ਬੱਚੇ ਦੀ ਪ੍ਰਕਿਰਤੀ ਦਾ ਅਧਿਐਨ ਕਰਨਾ ਹੈ ਅਤੇ ਉਸ ਦੇ ਸਰੀਰਕ, ਮਾਨਸਿਕ ਤੇ ਨੈਤਿਕ ਵਿਕਾਸ ਲਈ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਲਈ ਬੱਚੇ ਉੱਪਰ ਧਿਆਨ ਦੇਣਾ ਅਤੀ ਜ਼ਰੂਰੀ ਹੈ। ਇਹ ਗੱਲ ਰੂਸੋ ਕੀ ਕਹਿੰਦਾ ਹੈ ਜੀ ਕਿ ਬੱਚੇ ਨੂੰ ਉਸ ਦੀ ਪ੍ਰਕਿਰਤੀ ਅਨੁਸਾਰ ਸਿਖਾਉਣਾ ਚਾਹੀਦਾ ਹੈ। ਅੱਜ ਦੇ ਨਿਯਮ ਵੀ ਇਸੇ ਤਰੀਕੇ ਨਾਲ ਲਾਗੂ ਹੁੰਦੇ ਹਨ, ਕਿਉਂਕਿ ਬੱਚੇ ਨੂੰ ਤੁਸੀਂ ਉਸੇ ਟੈਕਨੀਕ ਨਾਲ ਪੜ੍ਹਾਉਣਾ ਹੈ ਜਿਸ ਤਰੀਕੇ ਨਾਲ ਉਹ ਸਿੱਖ ਸਕਦਾ ਹੈ ਜੀ। ਅੱਜ ਵੀ ਜਿਹੜਾ NCF ਨੇ ਮੰਨਿਆ ਹੈ, ਇਹ ਜੀ NCF ਮੈਂ ਤੁਹਾਨੂੰ ਦੱਸ ਦਿੰਦਾ ਕੀ ਚੀਜ਼ ਹੈ। NCF ਇਹ ਹੈ ਜੀ ਨੈਸ਼ਨਲ ਕੈਰੀਕੁਲਮ ਫਰੇਮਵਰਕ 2005। ਇਹ ਤੁਸੀਂ ਪੜ੍ਹੋਗੇ ਜੀ। ਨੈਸ਼ਨਲ ਕੈਰੀਕੁਲਮ 2005 ਕੀ ਹੈ? ਇਸ ਦੇ ਵਿੱਚ ਕਿਹਾ ਹੈ ਜੀ ਕਿ ਜੇਕਰ ਇੱਕ ਬੱਚਾ ਫੇਲ ਹੋ ਜਾਂਦਾ ਹੈ ਜੀ, ਤਾਂ ਇਹ ਕਦੇ ਨਹੀਂ ਮੰਨਣਾ ਕਿ ਬੱਚਾ ਫੇਲ ਹੋਇਆ ਹੈ। ਇਹ ਮੰਨਣਾ ਹੈ ਜੀ ਸਿਸਟਮ ਫੇਲ ਹੋ ਗਿਆ, ਅਧਿਆਪਕ ਫੇਲ ਹੋ ਗਿਆ।
ਕਿਉਂਕਿ ਜੀ ਉਹਨਾਂ ਨੇ ਕਿਹਾ ਹੈ ਕਿ ਬੱਚੇ ਨੂੰ ਉਸੇ ਟੈਕਨੀਕ ਦੇ ਵਿੱਚ ਤੁਸੀਂ ਮਾਧਿਅਮ ਦੁਆਰਾ ਉਸੇ ਟੈਕਨੀਕਸ ਦੁਆਰਾ ਸਿਖਾਉਣ ਦੀ ਕੋਸ਼ਿਸ਼ ਕਰਨੀ ਹੈ ਜੀ, ਜਿਸ ਤਰੀਕੇ ਦੇ ਨਾਲ ਉਹ ਸਿੱਖ ਸਕਦਾ ਹੈ। ਜੇਕਰ ਉਹ ਇੱਕ ਵਾਰ ਨਹੀਂ ਸਿੱਖਦਾ ਤਾਂ ਤੁਸੀਂ ਉਸ ਨੂੰ ਵਾਰ-ਵਾਰ ਸਿਖਾਉਣਾ ਹੈ। ਵਾਰ-ਵਾਰ ਸਿਖਾਉਣ ਦਾ ਮਤਲਬ ਇਹ ਨਹੀਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਬੋਰਡ ਦੇ ਉੱਤੇ ਕੁਐਸਚਨ ਲਿਖਿਆ ਉਸਨੇ ਹੱਲ ਕਰ ਦਿੱਤਾ, ਇਸ ਤਰੀਕੇ ਦੇ ਨਾਲ ਬਿਲਕੁਲ ਨਹੀਂ। ਜੇ ਬੋਰਡ ਦੇ ਉੱਤੇ ਹੱਲ ਨਹੀਂ ਕਰਦਾ ਤਾਂ ਤੁਸੀਂ ਉਸ ਨੂੰ ਚਾਰਟ ਦੇ ਦੁਆਰਾ, ਤੁਸੀਂ ਉਸ ਨੂੰ ਆਡੀਓ ਵਿਜ਼ੂਅਲ ਏਡਸ ਦੇ ਦੁਆਰਾ, ਤੁਸੀਂ ਉਸ ਨੂੰ ਕੋਈ ਐਕਟੀਵਿਟੀ ਦੇ ਦੁਆਰਾ, ਕੋਈ ਟਾਸਕ ਦੇ ਦੁਆਰਾ, ਕੋਈ ਪ੍ਰੋਜੈਕਟ ਦੇ ਦੁਆਰਾ, ਕੋਈ ਵੀਡੀਓ ਆਡੀਓ ਸੁਣਾ ਕੇ ਜਾਂ ਕੋਈ ਉਸ ਨੂੰ ਗੀਤ ਗਵਾ ਕੇ ਉਸ ਚੀਜ਼ ਨੂੰ ਸਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਹਮੇਸ਼ਾ ਬੱਚੇ ਨੂੰ ਕੇਂਦਰ ਦੇ ਵਿੱਚ ਰੱਖਣਾ ਹੈ। ਹਮੇਸ਼ਾ ਉਸ ਦੀ ਜਿਹੜੀ ਕਮੀਆਂ ਨੇ ਉਹ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਨੀ, ਬਲਕਿ ਉਸ ਦੀ ਕਮੀਆਂ ਨੂੰ ਦੂਰ ਕਰਨਾ ਹੈ ਜੀ। ਤਾਂ ਇਹ ਰੂਸੋ ਦੀ ਨਵੀਨ ਸਿੱਖਿਆ ਦੇ ਵਿੱਚ ਇੱਕ ਅਹਿਮ ਯੋਗਦਾਨ ਹੈ ਜੀ, ਜਿਹੜਾ ਕਿ ਅੱਜ ਵੀ ਬੜਾ ਕੰਮ ਕਰ ਰਿਹਾ ਹੈ। ਰੂਸੋ ਦਾ ਪ੍ਰਕਿਰਤੀਵਾਦ ਬਹੁਤ ਇੰਪੋਰਟੈਂਟ ਹੈ ਜੀ। 3 ਨੰਬਰ ਦੇ ਵਿੱਚ ਵੀ ਕੁਐਸਚਨ ਆ ਜਾਂਦਾ ਹੈ। ਉਸ ਤੋਂ ਇਲਾਵਾ ਇਸ ਦਾ ਵੱਡਾ ਜਿਹੜਾ ਕੁਐਸਚਨ ਬਣਦਾ ਹੈ ਉਹਦੇ ਵਿੱਚ ਪਾਠ ਦੇ ਵਿੱਚ ਵੀ ਕੁਐਸਚਨ ਆ ਜਾਂਦਾ ਹੈ ਜੀ ਕਿ ਰੂਸੋ ਦਾ ਪ੍ਰਕਿਰਤੀਵਾਦ ਕੀ ਹੈ, ਰੂਸੋ ਦਾ ਕੈਰੀਕੂਲਮ ਕਿਹੋ ਜਿਹਾ ਸੀ ਤੇ ਸਿੱਖਿਆ ਪ੍ਰਤੀ ਉਹਨਾਂ ਦੇ ਵਿਚਾਰ ਦੱਸੋ। ਇਸ ਤਰੀਕੇ ਦੇ ਨਾਲ ਕੁਐਸਚਨ ਵੀ ਆ ਜਾਂਦਾ ਹੈ ਜੀ। ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸ ਦਿਆਂਗਾ ਕਿ ਕੁਐਸਚਨ ਕਿਸ ਤਰੀਕੇ ਦੇ ਨਾਲ ਬਣਦਾ ਹੈ, ਤੇ ਇਹ ਜਿਹੜੀ ਮੈਂ PDF ਕਰਾ ਰਿਹਾ ਇਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿਆਂਗਾ, ਤੁਸੀਂ ਡਾਊਨਲੋਡ ਕਰ ਲਿਓ, ਇਹਨੂੰ ਪੜ੍ਹ ਲਿਓ ਜੀ। ਜਿਹੜੀ ਨੈਕਸਟ ਵੀਡੀਓ ਆਏਗੀ ਉਹ ਵੀ ਆਪਾਂ ਇਸ ਤੋਂ ਅੱਗੇ ਕੰਟੀਨਿਊ ਕਰਾਂਗੇ। ਤਾਂ ਹੁਣ ਪੜ੍ਹਦੇ ਹਾਂ ਜੀ ਰੂਸੋ ਦਾ ਪ੍ਰਕਿਰਤੀਵਾਦ। ਰੂਸੋ ਨੇ ਇਹ ਮੰਨਿਆ ਕਿ ਰਚਨਹਾਰੇ ਨੇ ਹਰ ਵਸਤੂ ਨੂੰ ਚੰਗਾ ਬਣਾਇਆ ਜੀ, ਹਰ ਵਸਤੂ ਨੂੰ ਚੰਗਾ ਬਣਾਇਆ, ਕਿਸੇ ਦੇ ਵਿੱਚ ਕੋਈ ਵੀ ਮਾੜਾ ਗੁਣ ਨਹੀਂ ਹੈ ਜਦੋਂ ਤੱਕ ਕਿ ਮਨੁੱਖ ਦਾ ਉਹਦੇ ਵਿੱਚ ਹੱਥ ਨਹੀਂ ਆਉਂਦਾ। ਯਾਨੀ ਸਭ ਤੋਂ ਮਾੜਾ ਜੇਕਰ ਕੋਈ ਹੈ ਤਾਂ ਉਹ ਮਨੁੱਖ ਹੈ ਜੀ। ਮਨੁੱਖ ਆਪਣੇ ਲਾਭ ਦੇ ਲਈ, ਆਪਣੇ ਆਪ ਨੂੰ ਜ਼ਿਆਦਾ ਚੰਗਾ ਬਣਾਉਣ ਦੇ ਲਈ ਉਹ ਬੇਈਮਾਨੀ, ਝੂਠ, ਆਲੋਚਨਾ, ਉਦਾਸੀਨਤਾ ਦਾ ਸਾਥ ਦਿੰਦਾ ਹੈ ਜੀ, ਤੇ ਮਨੁੱਖ ਆਪਣਾ ਹੀ ਪਤਨ ਕਰਦਾ ਹੈ। ਅੱਜ ਦੀ ਸਥਿਤੀ ਤੁਸੀਂ ਵੇਖ ਸਕਦੇ ਹੋ ਜੀ ਕਿ ਅਸੀਂ ਪ੍ਰਕਿਰਤੀ ਦਾ ਜਦੋਂ ਬੁਰਾ ਕਰਦੇ ਹਾਂ ਤਾਂ ਪ੍ਰਕਿਰਤੀ ਕਿਤੇ ਨਾ ਕਿਤੇ ਉਸ ਦਾ ਬਦਲਾ ਜ਼ਰੂਰ ਲੈਂਦੀ ਹੈ ਜੀ। ਅੱਜ ਜਿਹੜੀ ਸਿਚੁਏਸ਼ਨ ਨੇ, ਜਿਵੇਂ ਕਰੋਨਾ ਦੀ ਅੱਜ ਸਿਚੁਏਸ਼ਨ ਹੈ ਜੀ, ਉਸ ਨੂੰ ਵੀ ਤੁਸੀਂ ਇਸ ਨਾਲ ਜੋੜ ਸਕਦੇ ਹੋ ਕਿ ਕਿਤੇ ਨਾ ਕਿਤੇ ਮਨੁੱਖ ਨੇ ਆਪਣੇ ਲਾਭ ਦੇ ਲਈ ਰਚਨਹਾਰੇ ਦੀ ਬਣਾਈ ਹੋਈ ਪ੍ਰਕਿਰਤੀ ਨੂੰ ਨਸ਼ਟ ਕੀਤਾ, ਉਸ ਦਾ ਬਦਲਾ ਉਸ ਨੂੰ ਅੱਜ ਚੁਕਾਉਣਾ ਪੈ ਰਿਹਾ ਜੀ। ਚਲੋ, ਬੱਚੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਉਹਨਾਂ ਨੇ ਕਿਹਾ ਹੈ ਪ੍ਰਕਿਰਤੀਵਾਦ ਦੇ ਵਿੱਚ, ਉਹਨਾਂ ਨੇ ਇਹ ਮੰਨਿਆ ਹੈ ਕਿ ਬੱਚਾ ਕਦੇ ਛੋਟਾ ਨਹੀਂ ਹੁੰਦਾ, ਉਸ ਦੀ ਸਮਝਣ ਦੀ ਸਮਤਾ ਘੱਟ ਜਾਂ ਵੱਧ ਹੋ ਸਕਦੀ ਹੈ ਜੀ। ਉਸ ਨੂੰ ਜੇਕਰ ਬਚਪਨ ਦੇ ਵਿੱਚ ਗਲਤ ਸਿੱਖਿਆ ਦਿੱਤੀ ਜਾਵੇਗੀ, ਉਸ ਨੂੰ ਪੀਟਿਆ ਜਾਏਗਾ, ਕੁੱਟਿਆ ਜਾਏਗਾ, ਉਸ ਦੇ ਵਿਚਾਰਾਂ ਨੂੰ ਬਾਹਰ ਨਹੀਂ ਕੱਢਿਆ ਜਾਏਗਾ, ਤਾਂ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਿਆਨਕ ਰੂਪ ਲਏਗਾ ਜੀ। ਉਸ ਨੂੰ ਆਪਣੇ ਫੈਸਲੇ ਲੈਣ ਦੇ ਲਈ ਹਮੇਸ਼ਾ ਇੰਡੀਪੈਂਡੈਂਸ ਦੇਣੀ ਚਾਹੀਦੀ ਹੈ। ਉਸ ਨੂੰ ਹਮੇਸ਼ਾ ਫਰੀ ਆਫ ਮਾਈਂਡ ਸੋਚਣ ਦੀ ਕੋਸ਼ਿਸ਼ ਕਰਵਾਉਣੀ ਚਾਹੀਦੀ ਹੈ ਜੀ। ਉਸ ਨੂੰ ਖੁੱਲ੍ਹਾ ਵਾਤਾਵਰਣ ਦੇਣਾ ਚਾਹੀਦਾ ਹੈ। ਪ੍ਰਕਿਰਤੀ ਦੀ ਗੋਦ ਵਿੱਚ ਸਿੱਖਿਆ ਦਾ ਉਹਨਾਂ ਨੇ ਸਮਰਥਨ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੱਚਾ ਹਰ ਤਰੀਕੇ ਦੀ ਸਿੱਖਿਆ ਨੂੰ ਪ੍ਰਾਪਤ ਕਰ ਸਕਦਾ ਹੈ। ਉਸ ਨੂੰ ਸਮਾਂ ਲੱਗ ਸਕਦਾ ਹੈ ਜੀ, ਪਰ ਉਹ ਹਰ ਤਰੀਕੇ ਦੀ ਸਿੱਖਿਆ ਨੂੰ ਹਾਸਲ ਕਰ ਸਕਦਾ ਹੈ। ਰੂਸੋ ਦਾ ਪ੍ਰਕਿਰਤੀਵਾਦ ਇਹ ਸੀ ਕਿ ਬੱਚੇ ਨੂੰ ਹਮੇਸ਼ਾ ਇੱਕ ਚਾਈਲਡ ਓਰੀਐਂਟਡ ਸਿੱਖਿਆ ਦੇ ਰੂਪ ਵਿੱਚ ਲੈ ਕੇ ਐਕਟਿਵ ਲਰਨਰ ਮੰਨ ਕੇ ਉਸ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਅਤੇ ਉਸ ਨੂੰ ਕਦੇ ਵੀ ਸਿੱਖਿਆ ਦਿੰਦੇ ਹੋਏ ਤੁਸੀਂ ਪ੍ਰਕਿਰਤੀ ਨੂੰ ਤੋੜ ਨਹੀਂ ਸਕਦੇ। ਉਸ ਨੂੰ ਹਮੇਸ਼ਾ ਰਚਨਹਾਰੇ ਦੁਆਰਾ ਬਣਾਈ ਗਈ ਇਸ ਪ੍ਰਕਿਰਤੀ ਦੇ ਵਿੱਚ ਵਿਚਰਨ ਦਾ ਹਰ ਤਰੀਕੇ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਸਰਲ ਸਿੱਖਿਆ ਦਾ ਸਿਧਾਂਤ ਦਿੱਤਾ ਕਿ ਹਰ ਬੱਚੇ ਨੂੰ ਸਰਲ ਰੂਪ ਵਿੱਚ ਅਤੇ ਪ੍ਰਕਿਰਤੀ ਦੇ ਨਾਲ ਜੁੜ ਕੇ ਸਿੱਖਿਆ ਦੇਣੀ ਚਾਹੀਦੀ। ਇਸ ਪ੍ਰਕਾਰ ਰੂਸੋ ਅਨੁਸਾਰ ਬੱਚੇ ਦੀ ਸਿੱਖਿਆ ਪ੍ਰਕਿਰਤੀ ਦੇ ਅਨੁਸਾਰ ਹੋਣੀ ਚਾਹੀਦੀ ਹੈ। ਪ੍ਰਕਿਰਤੀ ਦੇ ਨਾਲ ਉਸ ਦਾ ਪ੍ਰੇਮ ਹੋਣਾ ਚਾਹੀਦਾ ਹੈ। ਪ੍ਰਕਿਰਤੀ ਦੇ ਵਿੱਚ ਉਸ ਦਾ ਹਰ ਤਰੀਕੇ ਦੇ ਨਾਲ ਵਿਕਾਸ ਹੋ ਸਕਦਾ ਹੈ ਜੀ। ਤਾਂ ਅੱਜ ਆਪਾਂ ਰੂਸੋ ਦਾ ਜੀਵਨ ਕਿਸ ਤਰੀਕੇ ਦੇ ਨਾਲ ਬੀਤਿਆ, ਰੂਸੋ ਇੱਕ ਪ੍ਰਕਿਰਤੀਵਾਦੀ ਸੀ, ਇਸ ਵਿਚਾਰ ਨੂੰ ਪੜ੍ਹਿਆ,
ਉਹਨਾਂ ਨੇ ਸਮਾਜ ਦੇ ਵਿੱਚ ਆਈ ਬੁਰਾਈਆਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੇ ਜੀਵਨ ਵਿੱਚ ਕਿਸ ਤਰੀਕੇ ਦੀਆਂ ਮੁਸ਼ਕਲਾਂ ਆਈਆਂ, ਫਿਰ ਵੀ ਉਸਨੇ ਹਾਰ ਨਹੀਂ ਮੰਨੀ। ਉਸ ਦੇ ਜਿਹੜੇ ਅੱਜ ਇਹ ਸਿਧਾਂਤ ਪੜ੍ਹੇ ਜਾ ਰਹੇ ਨੇ, ਇਹ ਉਸ ਦੀ ਮੌਤ ਤੋਂ 15 ਸਾਲ ਬਾਅਦ ਸਰਕਾਰਾਂ ਨੇ ਮੰਨੇ। ਜਿਹੜੀ ਰੂਸ ਦੇ ਵਿੱਚ, ਫਰਾਂਸ ਦੇ ਵਿੱਚ ਜਿਹੜੀ ਕ੍ਰਾਂਤੀ ਹੋਈ, ਉਸ ਤੋਂ ਬਾਅਦ 15 ਸਾਲਾਂ ਬਾਅਦ ਉਸ ਦੇ ਇਹ ਵਿਚਾਰ ਮੰਨੇ ਗਏ ਅਤੇ ਉਸ ਨੂੰ ਇੱਕ ਮਹਾਨ ਵਿਅਕਤੀ ਦੇ ਰੂਪ ਵਿੱਚ, ਇੱਕ ਮਹਾਨ ਕ੍ਰਾਂਤੀਕਾਰੀ ਦੇ ਰੂਪ ਵਿੱਚ ਦੱਸਿਆ ਗਿਆ ਜੀ। ਉਸ ਦੀ ਸਿੱਖਿਆ ਵਿੱਚ ਕੀ ਯੋਗਦਾਨ ਸੀ, ਉਸ ਦੀਆਂ ਕਿਤਾਬਾਂ ਦੇ ਬਾਰੇ ਪੜ੍ਹਿਆ, ਇਮਾਈਲ ਜਿਹੜੀ ਬੁੱਕ ਸੀ ਉਹਦੇ ਬਾਰੇ ਪੜ੍ਹਿਆ, ਅਤੇ ਉਸ ਦੇ ਪ੍ਰਕਿਰਤੀਵਾਦ ਦਾ ਸਿਧਾਂਤ ਕੀ ਹੈ, ਨਵੀਂ ਸਿੱਖਿਆ ਨੀਤੀ ਜਿਹੜੀ ਹੈ ਉਹਦੇ ਵਿੱਚ ਉਹ ਮੋਢੀ ਕਿਵੇਂ ਹਨ, ਅਤੇ ਰੂਸੋ ਦੀ ਸਿੱਖਿਆ ਇਮਾਈਲ ਕਿਵੇਂ ਆਪਾਂ ਨੂੰ ਗ੍ਰਹਿਣ ਕਰਵਾਉਂਦੀ ਹੈ ਜੀ। ਜੇਕਰ ਤੁਸੀਂ ਹਾਲੇ ਤੱਕ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਉਂਦੀ ਰਹੇ। ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਅਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਦਿਨ ਸ਼ੁਭ ਹੋਵੇ ਜੀ।